ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ੍ਰੀ ਅਕਾਲ ਜੀ। ਕਿੱਦਾਂ ਜਿੱਥੇ ਕਿੱਦਾਂ ਇਕੱਠੇ ਹੋਏ ਹੋ? ਇੱਥੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਉਹ ਸਿੱਖ ਕੌਮ ਵਿੱਚ ਬਹੁਤ ਜ਼ਿਆਦਾ ਦਰਦ ਪੈ ਗਿਆ, ਐਸਾ ਦਰਦ ਕਿ ਜਿਹੜਾ ਕਦੇ ਸਹਿਣ ਵੀ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਅਸੀਂ ਰੋਸ ਵਜੋਂ ਆਪਣਾ ਸ਼ਾਂਤੀਪੂਰਨ ਧਰਨਾ ਦਿੱਤਾ ਇੱਥੇ, ਇਸ ਲਈ ਅਸੀਂ ਇੱਥੇ ਇਕੱਠੇ ਹੋਏ। ਕੀ ਲੱਗਦਾ ਕੌਣ ਜ਼ਿੰਮੇਵਾਰ ਹੈ ਗੁਰੂ ਸਾਹਿਬ ਦੀ ਬੇਅਦਬੀ ਦੇ ਪਿੱਛੇ? ਗੁਰੂ ਸਾਹਿਬ ਦੀ ਬੇਅਦਬੀ ਪਿੱਛੇ ਤੇ ਕਿਸੇ ਦਾ ਨਾਂ ਲੈਣਾ ਤਾਂ ਬਹੁਤ ਔਖਾ, ਲੇਕਿਨ ਇਹੀ ਮੰਗ ਸਾਡੀ ਏ ਵੀ ਜਿਸ ਬੰਦੇ ਨੇ, ਜਿਸ ਮਨੁੱਖ ਨੇ ਇਹ ਪਾਪ ਕੀਤਾ, ਉਸ ਨੂੰ ਸਾਹਮਣੇ ਲਿਆ ਕੇ ਸੰਗਤ ਦੇ ਹਵਾਲੇ ਕਰਨਾ ਚਾਹੀਦਾ। ਕੌਣ ਸਾਹਮਣੇ ਲਿਆਏਗਾ? ਕੌਣ ਲਿਆਏਗਾ? ਜਿਸ ਤਰ੍ਹਾਂ ਅਸੀਂ ਧਰਨੇ ਦੇ ਰਹੇ ਹਾਂ, ਸਰਕਾਰ ਔਖੀ ਹੋਵੇਗੀ, ਆਪੇ ਲੱਭੇਗੀ। ਜੇ ਸਰਕਾਰ ਹੱਥ ਖੜੇ ਕਰ ਦੇਵੇ ਮੈਥੋਂ ਨਹੀਂ ਲੱਭ ਹੁੰਦਾ, ਤੇ ਫਿਰ ਸੰਗਤ ਨੂੰ ਕਹਿ ਦੇਵੇ ਵੀ ਸਾਡੇ ਤੋਂ ਲੱਭ ਨਹੀਂ ਹੁੰਦਾ, ਫਿਰ ਅਸੀਂ ਸੰਗਤ ਆਪੇ ਹੱਲ ਕੋ ਕੱਢ ਲਊਗੀ। ਬਾਬਾ ਜੀ ਤਕਰੀਬਨ ਹਫਤਾ ਹੋ ਚੁੱਕਾ ਹੈ, ਸਰਕਾਰ ਦੇ ਹੱਥ ਤੱਕ ਖੜਿਆਂ ਵਰ ਗਈ ਹੈ, ਸਰਕਾਰ ਤਾਂ ਹਜੇ ਤੱਕ ਕੁਝ ਕਰ ਨਹੀਂ ਪਾਈ। ਦੇਖੋ ਜੀ, ਇਹ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਹੈ, ਇਹਦੇ ਵਿੱਚ ਬਹੁਤ ਗੁੰਝਲਦਾਰ ਗੱਲਾਂ ਨੇ। ਕਿਸੇ ਦਾ ਨਾਂ ਬਿਲਕੁਲ ਸਪਸ਼ਟ ਕਰ ਦੇਣਾ, ਕਿਉਂਕਿ ਸੰਗਤ ਦਾ ਇੰਨਾ ਦਰਦ ਵੱਧ ਚੁੱਕਿਆ ਕਿ ਉਹ ਕਿਸੇ ਦਾ ਨਾਂ ਜਦੋਂ ਸਾਹਮਣੇ ਆ ਗਿਆ ਤੇ ਮੇਰੇ ਖਿਆਲ ਵੀ ਉਹ ਬਚ ਵੀ ਨਹੀਂ ਪਾਏਗਾ। ਇਸ ਲਈ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੈ, ਇਤਨਾ ਦਰਦ ਹੈ ਕਿ ਜਿਹੜਾ ਸਹਿਣ ਨਹੀਂ ਹੋ ਸਕਦਾ। ਬਾਦਲ ਸਰਕਾਰ ਕਿਤੇ ਨਾ ਕਿਤੇ ਫੇਲ ਹੋਈ ਹੈ। ਬਾਦਲ ਸਰਕਾਰ ਫੇਲ ਲੱਗਦੀ ਹੈ, ਪੂਰੀ ਫੇਲ ਲੱਗਦੀ ਹੈ। ਸਰਕਾਰ ਦੇ ਕੰਮ ਨੇ ਇਹ ਵੀ ਸਰਕਾਰ ਲੱਭੇ, ਕੋਈ ਸੰਗਤ ਨੂੰ ਦੱਸੇ, ਲੋਕਾਂ ਨੂੰ ਦੱਸੇ ਵੀ ਅਸੀਂ ਇਹ ਕੰਮ ਕਰ ਰਹੇ ਹਾਂ। ਪਰ ਸਰਕਾਰ ਤਾਂ ਜਿਹੜੇ ਸ਼ਾਂਤੀਮਈ ਢੰਗ ਨਾਲ ਸਿੰਘ ਕੋਟਕਪੂਰਾ ਵਿੱਚ ਪ੍ਰਦਰਸ਼ਨ ਕਰ ਰਹੇ ਸੀ, ਉਹਨਾਂ ਤੇ ਨਿਹੱਥੇ ਸਿੰਘਾਂ ਤੇ ਗੋਲੀਆਂ ਚਲਾਤੀਆਂ। ਇਹ ਸਰਕਾਰ ਤੋਂ ਆਪਾਂ ਕਿੱਦਾਂ ਆਸ ਕਰ ਸਕਦੇ ਹਾਂ ਕਿ ਇਹ ਲੱਭਣਗੇ? ਨਹੀਂ, ਸਰਕਾਰ ਕੋਲ ਸਾਨੂੰ ਕੋਈ ਆਸ ਨਹੀਂ ਹੈ। ਅਸੀਂ ਸੈਂਟਰ ਤੋਂ ਟੋਟਲ ਸਾਰੇ ਹੀ ਜਿਤਨੇ ਇਹਦੇ ਵਿੱਚ ਵੱਡੇ ਵੱਡੇ ਆਫੀਸਰ ਸਾਹਿਬਾਨ ਨੇ, ਮੰਤਰੀ ਨੇ, ਪ੍ਰਧਾਨ ਮੰਤਰੀ, ਅਸੀਂ ਉਹਨਾਂ ਕੋਲੋਂ ਵੀ ਮੰਗ ਕਰਦੇ ਹਾਂ ਕਿ ਸਾਨੂੰ ਨਿਆਂ ਦਿਓ। ਹੁਣ ਅੱਗੇ ਦਾ ਕੀ ਪ੍ਰੋਗਰਾਮ ਹੈ ਤੁਹਾਡਾ? ਹਾਲੇ ਦਾ ਜੀ ਇੱਥੇ ਧਰਨਾ ਹੈ, ਇਸ ਤੋਂ ਬਾਅਦ ਅੱਗੇ ਸੰਗਤ ਜੋ ਪ੍ਰੋਗਰਾਮ ਬਣਾਏਗੀ ਉਸ ਮੁਤਾਬਕ ਚੱਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ ਕਿੱਦਾਂ ਜਿੱਥੇ ਇਕੱਠੇ ਹੋਏ ਹੋ? ਅਸੀਂ ਅੱਜ ਜਲੰਧਰ ਸ਼ਹਿਰ ਦੀ ਸਾਰੀ ਸੰਗਤ ਚਹੇੜੂ ਪੁਲ ਤੇ ਅਨਾਉਂਸ ਕੀਤਾ ਸੀਗਾ ਸਵੇਰੇ GTV ਨਗਰ ਗੁਰੂ ਤੇਗ ਬਹਾਦਰ ਨਗਰ ਗੁਰਦੁਆਰਾ ਸਾਹਿਬ ਤੋਂ, ਤੇ ਉੱਥੇ ਸਾਰੇ ਸ਼ਹਿਰ ਦੀ ਸੰਗਤ ਤੇ ਪਿੰਡਾਂ ਦੀ ਸੰਗਤ ਵੀ ਆਈ ਹੋਈ ਸੀਗੀ। ਤੇ ਬਾਕੀ ਮਾਹੌਲ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿਸ ਸਬੰਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ। ਤੇ ਇਹ ਵੀ ਨਹੀਂ ਵੀ ਇਕੱਲੀ ਬੇਅਦਬੀ ਹੋਈ ਹੈ, 3 ਮਹੀਨੇ ਪਹਿਲਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕੀਤੇ। ਚੋਰੀ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਧਮਕੀ ਦਿੱਤੀ, ਪੋਸਟਰ ਲਗਾਏ ਕੰਧਾਂ ਤੇ। ਇਹਨਾਂ ਗੱਲਾਂ ਦਾ ਵੈਸੇ ਸਾਰਿਆਂ ਨੂੰ ਪਤਾ ਹੀ ਹੈ, ਚਲੋ ਮੈਂ ਦੁਬਾਰਾ ਇੱਕ ਵਾਰ ਫਿਰ ਦੱਸ ਹੀ ਦਿੰਦੀ ਹਾਂ। ਧਮਕੀ ਦੇ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਉਹਨਾਂ ਦੇ ਅੰਗ ਪਾੜ ਕੇ ਰੂੜੀਆਂ ਦੇ ਉੱਤੇ ਖਿਲਾਰੇ ਗਏ, ਗਲੀਆਂ 'ਚ ਨਾਲੀਆਂ 'ਚ, ਜਿਹੜੇ ਕਿ ਸਿੱਖਾਂ ਦੇ ਹਿਰਦੇ ਜਿਹੜੇ ਵਲੁੰਦਰੇ ਗਏ। ਹਰ ਸਿੱਖ ਜਿਹੜਾ ਹੈ ਅੱਜ ਬੱਚਾ ਦੁਖੀ ਆ ਇਸ ਗੱਲ ਤੋਂ। ਤੇ ਸਰਕਾਰ ਨੂੰ ਇਹੀ ਅਪੀਲ ਵੀ ਨਹੀਂ ਕਹੂੰਗੀ, ਮੈਂ ਤੇ ਵਾਰਨਿੰਗ ਹੀ ਕਹੂੰਗੀ ਹੁਣ, ਕਿ ਇਹ ਜੋ ਮਾਹੌਲ ਜਿਹੜਾ ਸਿਰਜਿਆ ਹੈ, ਸਰਕਾਰ ਨੇ ਖੁਦ ਸਿਰਜਿਆ ਆ। ਕਿ ਇੰਨਾ ਕਿਸੇ ਨੂੰ ਸ਼ੌਂਕ ਨਹੀਂ ਚੜਿਆ ਹੈਗਾ ਸੜਕਾਂ ਤੇ ਬੈਠਣ ਦਾ, ਧਰਨੇ ਦੇਣ ਦਾ। ਕੋਈ ਕਿਸੇ ਨੂੰ ਨਹੀਂ ਹੁੰਦਾ ਸ਼ੌਂਕ ਕਿ ਅਸੀਂ ਜਾ ਕੇ ਉੱਥੇ ਬੈਠੀਏ ਤੇ ਉੱਥੇ ਬੈਠੀਏ, ਜਾਂ ਕਿਸੇ ਪਬਲਿਕ ਨੂੰ ਅਸੀਂ ਪਰੇਸ਼ਾਨ ਕਰੀਏ। ਅਸੀਂ ਵੀ ਨਹੀਂ ਚਾਹੁੰਦੇ ਹੈਗੇ। ਸਿੱਖ ਕੌਮ ਜਿਹੜੀ ਆ ਉਹ ਤੇ ਰੋਜ਼ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਸਾਡੇ ਗੁਰੂ ਸਾਹਿਬ ਜੀ ਨੇ, ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਆ ਹਿੰਦੂ ਧਰਮ ਦੀ ਰਾਖੀ ਲਈ। ਫਿਰ ਵੀ ਸਾਡੇ ਨਾਲ ਇੰਨੀ ਘਿਨਾਉਣੀ ਹਰਕਤ ਕੀਤੀ ਗਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ। ਸਰਕਾਰ ਨੂੰ ਇਹ ਅਪੀਲ ਆ, ਵਾਰਨਿੰਗ ਵੀ ਆ ਤੇ ਅਪੀਲ ਵੀ ਆ, ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਤਾਂ ਜੋ ਜਿਹੜਾ ਇਹ ਮਾਹੌਲ ਆ ਸ਼ਾਂਤ ਹੋ ਜਾਏ। ਬੜੀ ਵਧੀਆ ਗੱਲ ਕੀਤੀ ਤੁਸੀਂ। ਸਿੱਖ ਧਰਮ ਸਰਬੱਤ ਦਾ ਭਲਾ ਮੰਗਦਾ। ਕਿਉਂ ਤੁਹਾਨੂੰ ਲੱਗਦਾ ਹੈ ਕਿ ਇਹ ਉਹੀ ਸਰਕਾਰ ਹੈ ਜਿਨੇ ਨਿਹੱਥੇ ਸਿੰਘਾਂ ਤੇ ਕੋਟਕਪੂਰੇ 'ਚ ਗੋਲੀਆਂ ਚਲਾਈਆਂ? ਕਿਉਂ ਗੱਲ ਮੰਨਣਗੇ ਤੁਹਾਡੀ? ਗੱਲ ਤਾਂ ਹੁਣ ਦੇਖੋ ਜੀ, ਇਹਨਾਂ ਨੂੰ ਗੱਲ ਤਾਂ ਮੰਨਣੀ ਪੈਣੀ ਆ। ਨਿਹੱਥਿਆਂ ਤੇ ਵਾਰ ਇਹਨਾਂ ਨੇ ਤਾਂ ਜਲਿਆਂਵਾਲੇ ਬਾਗ ਦਾ ਸਾਨੂੰ ਉਹੀ ਸੀਨ ਦੁਬਾਰਾ ਸਾਨੂੰ ਦੁਹਰਾ ਦਿੱਤਾ। ਸਾਡੇ ਜ਼ਖਮ ਦਾ ਹਜੇ ਅੱਲੇ ਸੀਗੇ ਨਾ, ਸਾਨੂੰ 84 ਦਾ ਹਜੇ ਭੁੱਲਿਆ ਨਹੀਂ ਕੁਝ ਵੀ। ਅਸੀਂ 30 ਸਾਲ ਤੋਂ ਪਹਿਲਾਂ ਉਹਦੀ ਮੰਗ ਕਰਦੇ ਆਉਂਦੇ ਆ। ਹੁਣ ਤਾਂ ਕੋਈ ਆਸ ਨਹੀਂ ਹੈਗੀ ਸਾਨੂੰ, ਗੁਰੂ ਸਾਹਿਬ ਤੇ ਆਸ ਹੈ, ਉਹੀ ਸਾਡੀ ਸੱਚੀ ਸਰਕਾਰ ਆ। ਸਾਨੂੰ ਉੱਤੇ ਹੀ ਆਸ ਆ, ਗੁਰੂ ਮਹਾਰਾਜ ਇਨਸਾਫ ਕਰਨ ਵਾਲੇ ਬੈਠੇ ਆ। ਬਾਕੀ ਸਰਕਾਰ ਸੁਚੇਤ ਹੋ ਜਾਵੇ, ਸੁੱਖੇ ਜਿੰਦੇ ਵੀ ਫਿਰ ਇੱਥੋਂ ਹੀ ਪੈਦਾ ਹੋਣੇ ਆ, ਭਾਈ ਦਿਲਾਵਰ ਸਿੰਘ ਜੀ ਵੀ ਫਿਰ ਇੱਥੋਂ ਹੀ ਪੈਦਾ ਹੋਣੇ ਆ। ਇਹ ਪੈਦਾ ਕਰਦੀ ਆ। ਜੇ ਅੱਤਵਾਦ ਦਾ ਨਾਂ ਸਾਨੂੰ ਦਿੱਤਾ ਜਾਂਦਾ ਨਾ, ਤੇ ਸਰਕਾਰ ਪੈਦਾ ਕਰਦੀ ਅੱਤਵਾਦ। ਕੋਈ ਉੱਦਾਂ ਨਹੀਂ ਅੱਤਵਾਦ ਪੈਦਾ ਹੁੰਦਾ, ਇਹ ਸਰਕਾਰ ਦੀਆਂ ਘਿਨਾਉਣੀਆਂ ਹਰਕਤਾਂ ਆ।
ਪਿੰਡਰਾਂ ਵਾਲਾ ਤੇਰੀ ਸੋਚ ਦੇ ਪੈਰਾਂ ਦਿਆਂਗੇ ਠੋਕ ਕੇ, ਪਿੰਡਰਾਂ ਵਾਲੇ ਤੇਰੀ ਸੋਚ ਦੇ ਪੈਰਾਂ ਦਿਆਂਗੇ ਠੋਕ ਕੇ। ਕੀ ਸੁਨੇਹਾ ਦੇਣਾ ਚਾਹੋਗੇ ਬਾਦਲ ਸਰਕਾਰ ਨੂੰ? ਬਾਦਲ ਸਰਕਾਰ ਨੂੰ ਬਸ ਮੈਂ ਵਾਰ-ਵਾਰ ਇਹੀ ਕਹਿਣਾ ਚਾਹੂੰਗੀ ਕਿ ਇਹ ਜਿਹੜੀਆਂ ਕੋਝੀਆਂ ਹਰਕਤਾਂ ਆ ਇਹ ਛੱਡ ਦੇਣ ਤੇ ਜਲਦ ਤੋਂ ਜਲਦ ਜਿਹੜੇ ਆ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਤਾਂ ਜੋ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਦੀ ਸਾਰ ਲਈ ਜਾਵੇ। ਐਲਾਨ ਕੀਤੇ ਜਾਂਦੇ ਆ, ਇਹਨਾਂ ਨੇ ਟੀਵੀ ਦੇ ਉੱਤੇ ਐਲਾਨ ਕੀਤਾ ਨੌਕਰੀ ਦਿੱਤੀ, ਅਸੀਂ ਨੌਕਰੀ ਦੇਵਾਂਗੇ ਜਾਂ ਅਸੀਂ ਪੈਸਾ ਦੇਵਾਂਗੇ। ਹਜੇ ਤੱਕ ਤਾਂ ਉੱਥੇ ਕੋਈ ਪਹੁੰਚਿਆ ਨਹੀਂ ਹੈਗਾ। ਅਸੀਂ ਖੁਦ ਦੇਖ ਕੇ ਆਏ ਆ। ਉਹ ਮਾਵਾਂ ਦੇ ਅਥਰੂ ਸਾਡੇ ਕੋਲੋਂ ਦੇਖੇ ਨਹੀਂ ਜਾਂਦੇ ਸੀਗੇ। ਭੈਣ ਇਦਾਂ ਗਲ ਲੱਗ ਕੇ ਮੇਰੇ ਰੋਂਦੀ ਸੀਗੀ ਤੇ ਉਹ ਦੇਖਿਆ ਨਹੀਂ ਜਾਂਦਾ ਪਰਿਵਾਰ, ਉਹਨਾਂ ਦਾ ਪਰਿਵਾਰ। ਤਾਂ ਮੈਂ ਉਸ ਮਾਂ ਨੂੰ ਜਾ ਕੇ ਦੱਸਿਆ, ਮੈਂ ਕਿਹਾ ਸਰਕਾਰ ਤਾਂ ਇਦਾਂ ਐਲਾਨ ਕਰੀ ਜਾਂਦੀ ਟੀਵੀ ਤੇ। ਉਹ ਮਾਂ ਨੇ ਮੈਨੂੰ ਕਿਹਾ ਕਿ ਕਹਿੰਦੀ ਮੈਂ ਕਰੋੜ ਰੁਪਈਆ ਦਿੰਦੀ ਆ, ਮੈਂ 5 ਕਰੋੜ ਦਿੰਦੀ, 1 ਕਰੋੜ ਕਹਿੰਦਾ ਮੈਂ 5 ਕਰੋੜ ਦਿੰਦੀ ਆ, ਮੇਰਾ ਪੁੱਤ ਵਾਪਸ ਕਰ ਦੇਵੇ। ਕੀ ਸਰਕਾਰ ਵਾਪਸ ਕਰ ਦੂਗੀ? ਇਹ ਜਵਾਬ ਹੈਗਾ ਕੋਈ ਸਰਕਾਰ ਦੇ ਕੋਲ? ਕੁੱਤਾ ਰਾਜ ਬਹਾਲਿਆ ਜੋ ਚੱਕੀ ਚੱਟੇ। ਮੈਂ ਕਹਿੰਦੀ ਕੁੱਤੇ ਤੋਂ ਵੀ ਭੈੜਾ ਹਾਲ ਆ ਇਸ ਬੰਦੇ ਦਾ, ਜਿਹੜਾ ਇਹਨਾਂ ਨੇ ਕੁੱਤਾ ਵੀ ਇੱਕ ਵਫਾਦਾਰੀ ਕਰ ਜਾਂਦਾ ਆ। ਇਹ ਗੱਦਾਰ ਆ, ਇਹਨੇ ਕੌਮ ਦੇ ਨਾਲ ਗੱਦਾਰੀ ਕੀਤੀ ਆ। ਅਸੀਂ ਤਾਂ ਸਾਰੇ ਇਹ ਕਹਾਂਗੇ ਕਿ ਕੁੱਤੇ ਤੋਂ ਵੀ ਭੈੜਾ ਆ ਇਹ। ਬਸ ਸਾਰੀ ਕੌਮ ਜਿਹੜੀ ਆ ਉਹ ਇਕਜੁੱਟ ਹੋ ਗਈ ਆ। ਜੇ ਪੰਜਾਬ ਦਾ ਮਾਹੌਲ, ਪੰਜਾਬ ਕੀ ਪੂਰੇ ਵਰਲਡ ਦੇ ਵਿੱਚ ਇਹ ਆਵਾਜ਼ ਚੁੱਕੀ ਜਾ ਰਹੀ ਹੁਣ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਨਹੀਂ ਤਾਂ ਇਹ ਅੱਗ ਦੇ ਭਾਂਬੜ ਜਿਹੜੇ ਉਹਨੇ ਲਾਈ ਚੰਗਿਆੜੀ ਸਿੱਟੀ ਆ ਤੇ ਇਹ ਹੁਣ ਬਲਦੀ ਜਾਊਗੀ ਤੇ ਇਹ ਉਹਦਾ ਸੇਕ ਜਿਹੜਾ ਉਹਦੇ ਤੱਕ ਹੀ ਪਹੁੰਚਣਾ ਆ। ਤੇ ਫਿਰ ਕੋਈ ਦਿਲਾਵਰ ਸਿੰਘ ਉੱਠੂਗਾ, ਸੁੱਖਾ ਜਿੰਦਾ ਉੱਠੂਗਾ ਤੇ ਫਿਰ ਪਤਾ ਹੀ ਆ ਤੁਹਾਨੂੰ ਕੀ ਹੋਊਗਾ ਫਿਰ। ਪਰ ਆਪਾਂ ਤਾਂ ਪਿਛਲੇ ਦਿਨਾਂ ਪਿਛਲੇ 1 ਹਫ਼ਤਾ ਹੋ ਗਿਆ ਸਰਕਾਰ ਵੱਲੋਂ ਕੋਈ ਚੰਗਾ ਬਿਆਨ ਵੀ ਨਹੀਂ ਆਇਆ। ਗ੍ਰਿਫਤਾਰੀ ਤਾਂ ਬਹੁਤ ਵੱਡੀ ਦੂਰ ਦੀ ਗੱਲ ਲੱਗ ਰਹੀ ਹੈ। ਕਿਉਂ ਤੁਹਾਨੂੰ ਲੱਗ ਰਿਹਾ ਕਿ ਇਹ ਸਰਕਾਰ ਗ੍ਰਿਫਤਾਰ ਕਰੇਗੀ? ਸਾਨੂੰ ਮੈਂ ਤਾਂ ਦੱਸਿਆ ਕਿ ਆਸ ਹੀ ਨਹੀਂ ਹੈਗੀ। ਮਾਹੌਲ ਇਹ ਖਰਾਬ ਕਰੀ ਜਾਂਦੀ ਆ, ਪਬਲਿਕ ਪਰੇਸ਼ਾਨ ਆ। ਸਾਨੂੰ ਵੀ ਦੁੱਖ ਲੱਗਦਾ ਆ, ਪਬਲਿਕ ਪਰੇਸ਼ਾਨ ਹੋ ਰਹੀ ਹੈ। ਸਾਨੂੰ ਵੀ ਦੁੱਖ ਲੱਗਦਾ ਕਿ ਕਿੱਥੋਂ ਕਿੱਥੇ ਕਿਸੇ ਨੇ ਪਹੁੰਚਣਾ ਹੁੰਦਾ ਆ। ਕੱਲ ਅਸੀਂ ਦੇਖ ਕੇ ਆਏ ਆ ਬਿਆਸ ਪੁਲ ਦੇ ਉੱਤੇ ਧਰਨਾ ਲੱਗਾ ਹੋਇਆ ਸੀ। ਉਹ 2 ਕਿਸੇ ਦੀਆਂ ਬਰਾਤਾਂ ਜਾ ਰਹੀਆਂ ਸੀਗੀਆਂ। ਉਹ ਕਹਿੰਦੇ ਕਿ ਅਸੀਂ ਸਵੇਰ ਤੋਂ ਚੱਲੇ ਹੋਏ ਆ, ਲੁਧਿਆਣੇ ਤੋਂ ਕੋਈ ਬਰਾਤ ਸੀਗੀ ਤੇ ਉਹਨਾਂ ਨੇ ਪਹੁੰਚਣਾ ਬਟਾਲੇ ਸੀ। ਸਵੇਰ ਤੋਂ ਚੱਲੇ ਸੀ ਕਿ 3 ਵੱਜ ਗਏ ਸੀ ਉਹਨਾਂ ਨੂੰ। ਸਾਨੂੰ ਵੀ ਦੁੱਖ ਲੱਗਦਾ ਇਸ ਗੱਲ ਦਾ। ਪਰ ਹੁਣ ਚਲੋ ਜਥੇਬੰਦੀਆਂ ਨੇ, ਹੋਰਾਂ ਨੇ, ਅਸੀਂ ਸਾਰਿਆਂ ਨੂੰ ਕਿਹਾ ਆ ਕਿ ਐਂਬੂਲੈਂਸ ਜਾਂ ਕੋਈ ਜਿਹੜਾ ਜ਼ਰੂਰੀ ਐਮਰਜੈਂਸੀ ਆ ਜਿਹਨੂੰ ਉਹਨੂੰ ਲੰਘਾਇਆ ਜਾਵੇ, ਬਰਾਤਾਂ ਨੂੰ ਲੰਘਾਇਆ ਜਾਵੇ। ਪਿੰਡਾਂ ਦੇ ਵਿੱਚ ਲੋਕਾਂ ਨੇ ਧਰਨੇ ਲਗਾਏ ਆ ਕਿ ਪਿੰਡਾਂ ਦੇ ਵਿੱਚ ਲੋਕਾਂ ਨੇ ਪਸ਼ੂ ਰੱਖੇ ਹੁੰਦੇ, ਉਹਨਾਂ ਨੂੰ ਪੱਠਿਆਂ ਦੀ ਵੀ ਲੋੜ ਆ। ਬਾਕੀ ਹੋਰ ਜਿਹੜੀ ਆਮ ਜਿਹੜੇ ਹੈਗੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਹੋਰਾਂ ਲੋਕਾਂ ਨੂੰ ਵੀ ਅਸੀਂ ਚਾਹੁੰਦੇ ਨਹੀਂ ਪਰੇਸ਼ਾਨੀ ਹੋਵੇ। ਤੇ ਸਰਕਾਰ ਨੂੰ ਸਭ ਪਤਾ ਆ ਕਿਹੜੇ ਬੰਦੇ ਨੇ ਕੀਤਾ ਆ ਕੰਮ ਇਹ, ਉਹਨੂੰ ਸਭ ਪਤਾ ਆ। ਜੇ ਭਾਈ ਤਾਰਾ ਨੂੰ ਉੱਥੋਂ ਜਾ ਕੇ ਥਾਈਲੈਂਡ ਤੋਂ ਫੜਿਆ ਜਾ ਸਕਦਾ, ਕੀ ਗੱਲ ਇਹ ਬੰਦੇ ਨੂੰ ਇੱਥੋਂ ਫੜਿਆ ਜਾ ਸਕਦਾ? ਕਿਹੜੇ ਬੰਦੇ ਦਾ ਲੱਗਦਾ ਤੁਹਾਨੂੰ ਕੰਮ? ਤੁਹਾਡੇ ਹਿਸਾਬ ਸਿਰ ਕਿਹੜੇ ਬੰਦੇ ਨੇ ਕੰਮ ਕੀਤਾ? ਬੰਦੇ ਦਾ ਤਾਂ ਪਤਾ ਹੀ ਆ। ਜਦ ਉਹ ਸੌਦਾ ਸਾਧ ਜਿਹੜਾ ਆ ਉਹਦੀਆਂ ਫਿਲਮਾਂ ਦੇ ਜਿਹੜੇ ਪੋਸਟਰ ਲੱਗੇ ਸੀ ਉੱਥੇ 4-4 ਬੰਦਿਆਂ ਦੇ ਇਹਨਾਂ ਨੇ ਬਿਠਾਏ ਹੋਏ ਸੀ, ਸਿਕਿਉਰਿਟੀ ਕੀਤੀ ਹੋਈ ਸੀ, ਪਹਿਰੇ ਲਾਏ ਹੋਏ ਸੀਗੇ ਹਨਾ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਬੰਦੇ ਜਿਹੜੇ ਸ਼ਰੇਆਮ ਸਾਨੂੰ ਧਮਕੀਆਂ ਦਿੰਦੇ ਆ ਤੇ ਉਹ ਸਾਨੂੰ ਪਤਾ ਹੀ ਆ ਵੀ ਕਿਹੜੇ, ਸਰਕਾਰ ਨੂੰ ਵੀ ਪਤਾ ਕੌਣ ਆ ਇਹ। ਗੋਡੇ ਟੇਕਦਾ ਜਾ ਕੇ ਗੱਦਾਰ ਜਿਹੜਾ ਆ ਇਹ ਉੱਥੇ ਆਪਣੇ ਗੋਡੇ ਟੇਕਦਾ ਜਾ ਕੇ, ਕੌਮ ਦਾ ਗੱਦਾਰ ਜਿਹਨੂੰ ਪੰਥ ਰਤਨ। ਸਾਡੇ ਜਥੇਦਾਰ ਵੀ ਘੱਟ ਨਹੀਂ, ਜਥੇਦਾਰ ਤਾਂ ਅਸੀਂ ਕਹਿੰਦੇ ਹੀ ਨਹੀਂ ਹੁਣ ਉਹਨਾਂ ਕਿਤੇ ਨਾ ਕਿਤੇ ਜਿਹੜਾ ਜਥੇਦਾਰਾਂ ਦਾ ਫੈਸਲਾ ਆਇਆ ਸੀਗਾ ਉਸ ਤੋਂ ਬਾਅਦ ਬੜਾ ਇੱਕ ਰੋਸ ਪੈਦਾ ਹੋ ਗਿਆ ਸੀ ਸਿੱਖ ਜਗਤ ਵਿੱਚ। ਉਹਨੂੰ ਡਾਇਵਰਟ ਕਰਨ ਲਈ ਇਹ ਸਾਰਾ ਇਨਸੀਡੈਂਸ ਵਾਪਰਿਆ ਲੱਗਦਾ। ਪਹਿਲੀ ਤਾਂ ਗੱਲ ਆ, ਤੁਹਾਡਾ ਸਵਾਲ ਨਹੀਂ, ਮੈਂ ਪਹਿਲੀ ਗੱਲ ਇਹ ਕਹਿੰਨੀ ਵੀ ਇਹ ਜਿਹੜਾ ਨਾ ਇੱਕ ਤੋਂ ਇੱਕ ਬਾਅਦ ਜਿਹੜੇ ਕੰਮ ਹੋ ਰਿਹਾ ਆ। ਪਹਿਲਾਂ ਬਾਪੂ ਸੂਰਜ ਸਿੰਘ ਜੀ ਦਾ ਸੰਘਰਸ਼ ਚੱਲਦਾ ਪਿਆ ਸੀ, ਇਹਨਾਂ ਨੇ ਉਹਨੂੰ ਪਿੱਛੇ ਪਾਉਣ ਲਈ ਕਿ ਸੰਗਤ ਨੂੰ ਬਿਲਕੁਲ ਚੇਤਾ ਭੁੱਲ ਜਾਵੇ ਵੀ ਉਹ ਸੰਘਰਸ਼ ਚੱਲਦਾ ਪਿਆ ਆ, ਉਹਨੂੰ ਉਹਦਾ ਧਿਆਨ ਹਟਾਉਣ ਲਈ ਇਹਨਾਂ ਨੇ ਹੋਰ ਇੱਕ ਗੁਰਦਾਸਪੁਰ ਹੋ ਗਿਆ ਹਮਲਾ, ਕੋਈ ਉਧਰ ਨੂੰ ਧਿਆਨ ਲੱਗ ਗਿਆ। ਫਿਰ ਸਿੱਖਾਂ ਦਾ ਨਾਮ ਬਦਨਾਮ ਵਿੱਚ। ਇੱਥੇ ਤੁਸੀਂ ਦੇਖਦੇ ਕਿਸੇ ਕੋਲ ਹੈ ਕੋਈ ਫੜਿਆ ਹੋਇਆ ਕੋਈ, ਜਾਂ ਕੋਈ ਇੱਥੇ ਕੋਈ ਖੱਪ ਖਲਾਰਦਾ ਆ। ਰਾਮ ਦੇ ਨਾਲ ਸਿਮਰਨ ਕਰ ਰਹੇ ਆ, ਉੱਥੇ ਵੀ ਸਿਮਰਨ ਹੋ ਰਿਹਾ ਸੀ, ਕੋਟਕਪੂਰੇ ਵੀ ਸਿਮਰਨ ਹੋ ਰਿਹਾ ਸੀ, ਨਿਤਨੇਮ ਹੋ ਰਿਹਾ ਸੀ। ਜਿਸ ਟਾਈਮ ਤੇ ਇਹਨਾਂ ਨੇ ਘਿਨਾਉਣੀ ਹਰਕਤ ਕੀਤੀ ਆ, ਸਿੰਘ ਸ਼ਹੀਦ ਕੀਤੇ ਨੇ, ਹੱਥਿਆਂ ਤੇ ਵਾਰ ਕੀਤੇ, ਲੰਗਰ ਲੈ ਕੇ ਜਾ ਰਹੇ ਸੀਗੇ। ਫਿਰ ਇਹਨਾਂ ਨੇ ਹੋਰ ਇੱਕ ਤੋਂ ਇੱਕ ਮਤਲਬ ਕਿ ਘਿਨਾਣੀਆਂ ਜਿਹੜੀਆਂ ਆ ਇਹ ਹਰਕਤਾਂ ਕਰੀ ਜਾਂਦੇ ਆ। ਇਹ ਬਸ ਮੈਂ ਕਹੂੰਗੀ ਕਿ ਜਲਦੀ ਤੋਂ ਜਲਦੀ ਜਿਹੜਾ ਮਾਹੌਲ ਆ ਨਾ ਸ਼ਾਂਤ ਕੀਤਾ ਜਾਵੇ। ਜਥੇਦਾਰਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਜਥੇਦਾਰਾਂ ਨੂੰ ਕੀ, ਜਥੇਦਾਰ ਤਾਂ ਹੈ ਹੀ ਨਹੀਂ ਰਹੇ, ਉਹ ਕਠਪੁਤਲੀ ਚਮਚੇ ਆ। ਉਹ ਬਾਪੂ ਜੀ ਦਾ ਸੰਘਰਸ਼ ਇਗਨੋਰ ਕਰਨ ਲਈ ਹੋਰ ਜਿਹੜੇ ਇੱਕ ਕਿਸਾਨ ਬੈਠੇ ਹੋਏ ਸੀਗੇ 6 ਦਿਨ ਤੋਂ ਉੱਥੇ, ਉਹ ਤੇ ਇੱਕ ਇਹਨਾਂ ਨੇ ਫਿਰ ਵਿੱਚ ਆਪਣਾ ਲੈ ਲਿਆ, ਮਾਫੀਨਾਮੇ ਦਾ ਵਿੱਚ ਆ ਗਿਆ
ਤੇ ਇੱਕ ਤੋਂ ਇੱਕ ਇਹਨਾਂ ਨੇ ਜੀ ਇਹ ਕੋਝੀਆਂ ਚਾਲਾਂ ਚੱਲੀਆਂ ਆ ਸਿੱਖ ਕੌਮ ਦੇ ਨਾਲ, ਤੇ ਸਿੱਖ ਕੌਮ ਜਾਣਦੀ ਆ ਸਾਰਾ ਕੁਝ ਕੀ ਹੋ ਰਿਹਾ ਕੀ ਨਹੀਂ। ਇਹ ਹੁਣ ਤਾਂ ਬੱਚਾ ਸਮਝਦਾਰ ਹੋ ਗਿਆ ਆ। ਤਾਂ ਹੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਸੜਕਾਂ ਤੇ ਆ। ਇਹ ਸਾਰੇ ਇਹ ਦੇਖੋ ਕਿੰਨੀ ਡੁੱਬ ਕੇ ਮਰਨ ਵਾਲੀ ਇਸ ਬੰਦੇ ਦੀ ਗੱਲ ਆ। ਡੁੱਬ ਕੇ ਮਰ ਜਾਵੇ, ਮੈਂ ਤਾਂ ਕਹਿੰਨੀ ਇਹਦੇ ਖੁਦ ਦੇ ਬੰਦੇ ਅਸਤੀਫਾ ਦੇ ਰਹੇ ਆ। ਖੁਦ ਦੇ ਬੰਦੇ ਸ਼੍ਰੋਮਣੀ ਕਮੇਟੀ ਮੈਂਬਰ ਕਿੰਨੇ ਅਸਤੀਫਾ ਦੇ ਗਏ ਆ, ਤੇ ਇਹ ਹੁਣ ਇਹਦੇ ਲਈ ਡੁੱਬ ਕੇ ਮਰਨ ਵਾਲੀ ਗੱਲ ਆ। ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਦੁਨੀਆ ਦੇ ਵਿੱਚ ਕਿ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਬੇਅਦਬੀ ਹੋਈ ਹੈ, ਕੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੇ ਨੇ? ਕੀ ਉਹਨਾਂ ਵਿੱਚ ਆ ਧਰਮੀਆਂ ਦੀ ਬਾਣੀ ਨਹੀਂ? ਕੀ ਉਹਦੇ ਵਿੱਚ ਬਾਬਾ ਫਰੀਦ ਜੀ ਨਹੀਂ ਬੈਠੇ? ਕੀ ਹੋਰ ਕੋਈ ਧਰਮਾਂ ਦਾ ਸਤਿਕਾਰ ਨਹੀਂ ਕਰਦੇ? ਗੁਰੂ ਘਰ ਵਿੱਚ ਕੋਈ ਵੀ ਆਜੇ ਸਭ ਦਾ ਸਤਿਕਾਰ ਹੈ। 24 ਘੰਟੇ ਲੰਗਰ ਚੱਲਦਾ ਹੈ, ਕੋਈ ਵੀ ਮੱਥਾ ਟੇਕੇ, ਕੋਈ ਵੀ ਲੰਗਰ ਛਕੇ, ਆਰਾਮ ਕਰੇ। ਜੇ ਇੰਨੀਆਂ ਸੁਵਿਧਾ ਨੇ ਗੁਰੂ ਘਰ ਵਿੱਚ, ਫਿਰ ਹੁਣ ਜਦੋਂ ਆ ਸੰਘਰਸ਼ ਵੇਲੇ ਇਕੱਲੇ ਸਿੱਖ ਹੀ ਅੱਗੇ, ਨੀਲੀਆਂ ਪੀਲੀਆਂ ਖੱਟੀਆਂ ਦਸਤਾਰਾਂ ਅੱਗੇ ਬਸ? ਕੀ ਆ ਧਰਮੀਆਂ ਦਾ ਫਰਜ਼ ਨਹੀਂ ਬਣਦਾ? ਕੀ ਜਿਹੜੇ ਹਿੰਦੂ ਵੀਰ ਨੇ ਉਹਨਾਂ ਲਈ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਵਾਰੀ ਵੀ ਨਹੀਂ ਸੋਚਿਆ? ਉਹ ਚਲ ਗਏ ਸ਼ਹੀਦੀ ਦੇਣ, ਉਹਨਾਂ ਨੂੰ ਆਪਣੇ ਪਰਿਵਾਰ ਦਾ ਫਿਕਰ ਨਹੀਂ ਸੀ? ਤੇ ਕੀ ਹੁਣ ਘਰਾਂ ਵਿੱਚ ਵੜ ਕੇ ਬੈਠੇ ਆ? ਉਦੋਂ ਗੱਡੀਆਂ ਫੂਕਣੀਆਂ ਜ਼ਿਆਦੀਆਂ ਹੁੰਦੀਆਂ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਾਮਲਾ ਇਹਦੇ ਵਿੱਚ ਰਵਿਦਾਸ ਮਹਾਰਾਜ ਜੀ ਦੀ ਵੀ 40 ਸ਼ਬਦ ਉਹਨਾਂ ਦੀ ਵੀ ਜੋ ਹੋਈ ਹੈ। ਧੰਨਵਾਦ ਕਰਦੇ ਮੁਸਲਮਾਨ ਧਰਮ ਦਾ ਅਸੀਂ ਕਰਦੇ ਆ। ਧੰਨਵਾਦ ਕਰਦੇ ਜਿਹੜੇ ਸਾਡੇ ਨਾਲ ਕਰਦੇ ਉਹਨਾਂ ਨੇ ਰਾਏਕੋਟ ਵਿੱਚ ਕਾਫੀ ਨਾਲ। ਇੱਥੇ ਵੀ ਕੁਝ ਵੀਰ ਹੋਣਗੇ ਆ ਧਰਮੀ, ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਹੜੇ ਇੱਥੇ ਪਹੁੰਚੇ ਆ। ਤੇ ਪਰ ਮੈਂ ਸੱਚਾ ਸੌਦਾ ਉਹ ਸਾਧ ਨੂੰ, ਜਿਹੜਾ ਝੂਠਾ ਸੌਦਾ ਸਾਧ ਨੂੰ, ਉਹਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ, ਦੇ ਧਾਰੀਆ ਸੁਣੀ ਜਾ ਗੱਜ ਮੇਰੀ। ਉਹ ਸਾਡੇ ਕੋਲ ਰਣਜੀਤਾਂ ਦੀ ਘਾਟ ਕੋਈ ਨਾ, ਅਸੀਂ ਤੇ ਲੰਡਨ ਜਾ ਕੇ ਡਵੈਰ ਨੂੰ ਢਾਲਿਆ। ਉਹ ਸਰਸਾ ਨੇੜੇ ਜਾਂ ਦੂਰ ਦੀ ਵਾਟ ਕੋਈ ਨਾ। ਟਾਈਮ ਨਹੀਂ ਲੱਗਣਾ, ਜ਼ਿਆਦਾ ਟਾਈਮ ਨਹੀਂ ਲੱਗੇਗਾ, ਕੋਈ ਜ਼ਿਆਦਾ ਟਾਈਮ ਨਹੀਂ ਪੈਣ ਲੱਗਾ ਸਾਧ ਸੰਗਤ ਜੀ। ਉਹਨੂੰ ਮੈਂ ਲਲਕਾਰ ਕੇ ਕਹਿਣਾ ਜ਼ਿਆਦਾ ਟਾਈਮ ਨਹੀਂ ਪੈਣ ਲੱਗਾ, ਕਿਉਂਕਿ ਜਿਹੜੀ ਮੌਤ ਹੈ ਨਾ, ਜਦੋਂ ਮੌਤ ਆਉਂਦੀ ਹੈ, ਬਾਦਲ ਨੂੰ ਤਾਂ ਪਤਾ ਹੀ ਉਹਦੀ ਤਾਂ ਮੌਤ ਆਉਣੀ ਬਹੁਤ ਮਾੜੀ ਹੈ, ਉਹਦੀ ਤਾਂ ਆਉਣੀ ਬਹੁਤ ਮਾੜੀ ਹੈ। ਪਰ ਜਿਹੜਾ ਸਾਧ ਹੈ ਨਾ, ਇਹਦੀ ਜਦੋਂ ਮੌਤ ਆਉਣੀ ਹੈ ਨਾ, ਰਾਵਣ ਦੀ ਵੀ ਆਈ ਸੀ ਮੌਤ, ਉਹਨੇ ਭਾਵੇਂ ਕਾਲ ਬੰਨਿਆ ਸੀ, ਇੱਕ ਤਾਂ ਉਹਨੂੰ ਵੀ ਦਬੋਚ ਲਿਆ। ਜਿੱਦਣ ਖਾਲਸਾ ਆਪਣੀ ਆਈ ਤੇ ਆ ਗਿਆ ਨਾ, ਤੇ ਕੀੜੀ ਬਣ ਕੇ ਡੰਗ ਮਾਰ ਜੂ, ਜਮਾਂ ਜੱਡ ਸਿਕਿਉਰਟੀਆਂ ਰੱਖ ਲਈ। ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਇਸ ਕਰਕੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ, ਤੇ ਮੈਂ ਆ ਧਰਮੀ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਕਰਦੇ ਹੋ, ਰਵਿਦਾਸ ਮਹਾਰਾਜ ਦਾ ਸਤਿਕਾਰ ਕਰਦੇ ਹੋ, ਤੇ ਫਿਰ ਤੁਸੀਂ ਵੀ ਆ ਕੇ ਸੰਘਰਸ਼ਾਂ ਦੇ ਵਿੱਚ ਸਾਡੇ ਨਾਲ ਖੜੇ ਹੋਵੋ, ਤਾਂ ਜੋ ਕਿ ਸਾਡਾ ਸਾਥ ਦਿਵੋ। ਵਾਹਿਗੁਰੂ ਜੀ ਕਾ ਖਾਲਸਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਜਿੰਦਰ ਸਿੰਘ, ਇੱਥੋਂ ਜਲੰਧਰ ਦੀ ਆਮ ਸੰਗਤ ਵੱਲੋਂ ਮੈਂ ਇੱਥੇ ਅੱਜ ਰੋਸ ਪ੍ਰਗਟ ਕਰਨ ਦੇ ਲਈ ਆਏ ਹਾਂ। ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ। ਅਸੀਂ ਇੱਥੇ ਇਕੱਤਰ ਹੋਣ ਦਾ ਕਾਰਨ ਹੈ ਕਿ ਜੋ ਬੀਤੇ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਸਾਰਾ ਪ੍ਰਸ਼ਾਸਨ ਨੇ ਆਪਣਾ ਜਿਹੜਾ ਮਾੜਾ ਰੋਲ ਅਦਾ ਕੀਤਾ, ਤਾਂ ਕਿ ਜਿਹੜੇ ਉਹਨਾਂ ਦੇ ਮਾੜੇ ਮਨਸੂਬੇ ਨੇ ਉਹ ਉਹਨਾਂ ਦੇ ਉੱਤੇ ਆਪਣੇ ਕਰਮ ਕਰ ਰਹੇ ਨੇ, ਤੇ ਉਹਨਾਂ ਦਾ ਜਿਹੜਾ ਮੇਨ ਹੈਗਾ ਕਿ ਸਿੱਖ ਧਰਮ ਨੂੰ, ਜਿਹੜੀਆਂ ਘੱਟ ਗਿਣਤੀ ਵਾਲੀ ਕੌਮਾਂ ਨੂੰ ਕਿੱਦਾਂ ਦਬਾਇਆ ਜਾਏ, ਕਿੱਦਾਂ ਖਤਮ ਕੀਤਾ ਜਾਏ। ਤੇ ਅਸੀਂ ਆਪਣੇ ਆਪ ਦੇ ਵਿੱਚ ਇੱਥੇ ਰੋਸ ਪ੍ਰਗਟ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਜ਼ਮੀਰ ਜਾਗਦੇ ਆ, ਤੇ ਜਦੋਂ ਤੱਕ ਸਿੱਖ ਕੌਮ ਦਾ ਜ਼ਮੀਰ ਜਾਗਦਾ ਹੈ, ਉਹ ਇਦਾਂ ਦੀ ਬੇਇਨਸਾਫੀ ਕਦੀ ਬਰਦਾਸ਼ਤ ਨਹੀਂ ਕਰੂਗਾ, ਤੇ ਹੱਕ ਦੇ ਲੈਣ ਦੇ ਲਈ ਹਮੇਸ਼ਾ ਜੁਝਾਰੂ ਬਣ ਕੇ ਜੂਝਦਾ ਰਹੂਗਾ। ਤੇ ਇੰਨੀਆਂ ਕੁ ਅਸੀਂ ਸੰਗਤਾਂ ਮੋਰੇ ਵੀ ਬੇਨਤੀ ਅਰਦਾਸ ਕਰਦੇ ਹਾਂ ਕਿ ਆਪਣੇ ਗੁਰੂ ਘਰਾਂ ਦੇ ਵਿੱਚ ਜਿੱਥੇ ਜਿੱਥੇ ਉਹ ਰਹਿੰਦੇ ਨੇ, ਉੱਥੇ ਹਮੇਸ਼ਾ ਤਿਆਰ ਬਰ ਤਿਆਰ ਗੁਰੂ ਦੀ ਸੇਵਾ ਦੇ ਲਈ ਹਮੇਸ਼ਾ ਕੋਈ ਨਾ ਕੋਈ ਸਿੰਘ ਹਾਜ਼ਰ ਹੋਣਾ ਚਾਹੀਦਾ, ਤਾਂ ਕਿ ਕੋਈ ਵੀ ਇਦਾਂ ਦਾ ਮਾੜਾ ਸ਼ਖਸ ਅਗਰ ਆਵੇ ਤਾਂ ਉਹਦਾ ਸੌਦਾ ਲਾਇਆ ਜਾਵੇ। ਇੰਨੀਆਂ ਕਿ ਬੇਨਤੀਆਂ ਕਰਦਾ ਹਾਂ ਮੈਂ ਖਿਮਾ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਕਿਉਂ ਅੱਜ ਇੱਥੇ ਇਕੱਠੇ ਹੋਏ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਿਟਾਇਰਡ ਸੂਬੇਦਾਰ ਮੇਜਰ, ਚੇਅਰਮੈਨ ਹਿਊਮਨ ਰਾਈਟਸ। ਇਹ ਜੋ ਸਿੱਖ ਸਮਾਜ ਦਾ ਇਕੱਠ ਹੋਇਆ ਹੈ, ਇਹਦੇ ਵਿੱਚ ਤੇ ਪਬਲਿਕ ਜਿਹੜੀ ਪਰੇਸ਼ਾਨ ਹੋ ਰਹੀ, ਇਸ ਦਾ ਮੈਨੂੰ ਇੱਕ ਪਾਸਿਓਂ ਦੁੱਖ ਵੀ ਹੈ, ਦੂਸਰੇ ਪਾਸਿਓਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਕਿ ਸਿੱਖ ਧਰਮ ਦਾ ਇਸ਼ਟ ਹੈ, ਜਿਹਨੂੰ ਅਸੀਂ ਸਰਤਾਜ ਮੰਨਦੇ ਹਾਂ, ਲੋਕਾਂ ਦੇ ਕਾਗਜ਼ਾਂ ਦੇ ਵਿੱਚ ਭਾਵੇਂ ਉਹ ਇੱਕ ਕਾਗਜ਼ ਦੇ ਟੁਕੜੇ ਹੀ ਹੋਣ, ਪੱਤਰੇ ਹੀ ਹੋਣ, ਲੇਕਿਨ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਭ ਸਿੱਖਨ ਕੋ ਹੁਕਮ ਹੈ ਔਰ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਉਹ ਨਾ ਸਹਾਰਨਯੋਗ ਹੈ, ਲੇਕਿਨ ਮੇਰੇ ਮੁਤਾਬਕ ਇਹ ਜੋ ਕੁਝ ਹੋ ਰਿਹਾ ਇਹ ਸਾਰੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਨੇ। ਪਹਿਲਾਂ ਸਰਕਾਰ ਤੋਂ ਭਾਵ ਤੁਹਾਡਾ ਬਾਦਲ ਸਰਕਾਰ ਇਹ ਇੱਕ ਸੱਚਾ ਜਿਹੜਾ ਡੇਰਾ ਝੂਠਾ ਸੌਦਾ ਨੂੰ ਇੱਕ ਮਾਫੀ ਦਿੱਤੀ ਗਈ ਹੈ। 5 ਸਾਹਿਬਾਨਾਂ ਨੇ ਜੋ ਮਾਫੀ ਦਿੱਤੀ ਹੈ ਉਹ ਵੀ ਸਰਕਾਰ ਦੇ ਪ੍ਰੈਸ਼ਰ ਦੇ ਅਧੀਨ ਹੀ ਦਿੱਤੀ ਹੈ। ਕੁਝ ਵੋਟਾਂ ਦੀ ਖਾਤਰ ਸਰਕਾਰ ਸਿੱਖ ਧਰਮ ਨੂੰ ਮਿੱਟੀ 'ਚ ਮਿਲਾ ਦੇਣਾ ਇੱਕ ਬਹੁਤ ਹੀ ਘਿਨਾਉਣਾ ਜੁਰਮ ਹੈ। ਔਰ ਜੇ ਵੋਟਾਂ ਦੀ ਇਹਨਾਂ ਨੂੰ ਇੱਛਾ ਹੋਈ ਤੇ ਵੋਟਾਂ ਲੈਣ ਦੇ ਹੋਰ ਵੀ ਬਹੁਤ ਤਰੀਕੇ ਹੁੰਦੇ ਨੇ,
ਬਟ ਇੱਕ ਸਿੱਖ ਕੌਮ ਨੂੰ ਇਦਾਂ ਮਿੱਟੀ ਵਿੱਚ ਮਿਲਾਉਣਾ ਇੱਕ ਬਹੁਤ ਹੀ ਗਲਤ ਕੰਮ ਹੋਇਆ। ਜੋ ਸਿੱਖ ਇਹਨਾਂ ਦੇ ਪਬਲਿਕ ਵੀ ਪਰੇਸ਼ਾਨ ਹੋ ਰਹੀ, ਲੋਕ ਵੀ ਪਰੇਸ਼ਾਨ ਹੋ ਰਹੇ। ਅਗਰ ਸਿੱਖ ਧਰਮ ਦੇ ਵਿੱਚ ਉਹਨਾਂ ਨੇ ਮੁਆਫੀ ਦੇਣੀ ਵੀ ਸੀ ਤੇ ਦਿੱਤੀ ਜਾ ਸਕਦੀ ਸੀ, ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਹੈ ਜਹਾਂ ਖਿਮਾ ਤਹ ਆਪ। ਇੱਕ ਮਹਾਰਾਜਾ ਰਣਜੀਤ ਸਿੰਘ ਜਿਹਦਾ ਕਿ ਪੂਰੇ ਸੰਪੂਰਨ ਜਮਰੌਦ ਦੇ ਕਿਲੇ ਤੱਕ ਰਾਜ ਫਤਿਹ ਕਰਨ ਵਾਲਾ ਰਾਜਾ, ਉਹ ਵੀ ਅਕਾਲ ਤਖਤ ਤੇ ਆ ਕੇ ਆਪਣੀ ਗਲਤੀ ਦਾ ਮਾਫੀ ਮੰਗ ਸਕਦਾ ਸੀ। ਕੀ ਇੱਕ ਡੇਰਾ ਝੂਠਾ ਸੌਦਾ ਆ ਕੇ ਜੇ ਉਹਦੇ ਕੋਲ ਗਲਤੀ ਹੋਈ ਸੀ ਤੇ ਅਕਾਲ ਤਖਤ ਦੇ ਉੱਤੇ ਆ ਕੇ ਵੀ ਉਹ ਮਾਫੀ ਮੰਗ ਸਕਦਾ ਸੀ, ਉਸਨੇ ਨਹੀਂ ਮੰਗੀ। ਹੁਣ ਸਿੱਖ ਧਰਮ ਖਾਲਸਾ ਉਹੀ ਜੋ ਕਹਿਣੀ ਤੇ ਕਥਨੀ ਦਾ ਪੂਰਾ ਹੋਵੇ। ਕੱਲ ਗਲਤੀ ਕਰਕੇ ਅੱਜ ਆਪਣੇ ਅਸਤੀਫੇ ਦੇ ਬਿਆਨ ਦਰਜ ਕਰਾ ਰਹੇ ਆ, ਅਸਤੀਫਾ ਨਹੀਂ ਦੇ ਰਹੇ। ਇਹ ਇੱਕ ਸਿਰਫ ਕੇਵਲ ਤੇ ਕੇਵਲ ਸਿੰਘ ਸਾਹਿਬਾਨਾਂ ਵੱਲੋਂ ਧਿਆਨ ਡਾਇਵਰਟ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਕੇ ਇੱਧਰ ਧਿਆਨ ਲਾਇਆ ਗਿਆ ਤਾਂ ਕਿ ਲੋਕਾਂ ਦਾ ਉੱਧਰ ਧਿਆਨ ਡਾਇਵਰਟ ਹੋਵੇ। ਮਤਲਬ ਤੁਹਾਡਾ ਸਾਫ਼ ਤੇ ਸਪਸ਼ਟ ਕਹਿਣਾ ਹੈ ਕਿ ਇਹ ਜਿਹੜੀ ਬੇਅਦਬੀ ਕੀਤੀ ਗਈ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਦਾ ਹੱਥ ਹੈ। ਹੱਥ ਨਹੀਂ ਤੇ ਨਹੀਂ ਹੋ ਸਕਦਾ, ਨਹੀਂ ਤੇ ਨਹੀਂ ਹੋ ਜਿਹੜਾ ਸਕਦਾ। ਕੋਟਕਪੂਰੇ 'ਚ ਗੋਲੀकांड ਹੋਇਆ ਕੀ ਉਹਦੇ ਨਾਲ ਕਿ ਜੇ ਪੂਰੀ ਪੰਜਾਬ ਦੀ ਪੂਰੀ ਪੁਲਿਸ ਇਹਨਾਂ ਲੋਕਾਂ ਨੂੰ ਰੋਕਣ ਵਾਸਤੇ, ਲੋਕਾਂ ਨੂੰ ਨਗਾਉਣ ਵਾਸਤੇ ਲਾਈ ਜਾ ਸਕਦੀ ਹੈਗੀ, ਕਿ ਦੋਸ਼ੀਆਂ ਨੂੰ ਫੜ ਕੇ 24 ਘੰਟਿਆਂ ਦੇ ਅੰਦਰ ਕੀ ਸਰਕਾਰ ਹਾਜ਼ਰ ਨਹੀਂ ਕਰ ਸਕਦੀ? ਕਰ ਸਕਦੀ ਹੈ, ਬਟ ਜੇ ਕਰਨਾ ਚਾਹਵੇ ਤੇ ਇਹਦੇ ਵਾਸਤੇ ਅਫਸੋਸ ਵੀ ਹੈ ਜਿਹੜੀ ਪਬਲਿਕ ਇੰਨੀ ਪਰੇਸ਼ਾਨ ਹੋ ਰਹੀ ਹੈ। ਮੈਂ ਕਹਿੰਦਾ ਵੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਇੰਨੀਆਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਕਿ ਜਿਹੜੀ ਸਿੱਖ ਕੌਮ ਨੇ ਇਸ ਦੇਸ਼ ਨੂੰ 66% ਯੋਗਦਾਨ ਦੇ ਕੇ ਆਜ਼ਾਦ ਕਰਵਾਇਆ ਤੇ ਅੱਜ ਉਸ ਸਿੱਖ ਧਰਮ ਦੇ ਗੁਰੂ ਗ੍ਰੰਥ ਸਾਹਿਬ ਜੋ ਸਾਡਾ ਸਰਤਾਜ ਨੇ, ਸਰਬ ਸਾਂਝੀ ਵਾਲਤਾ ਦਾ ਜਿਹੜਾ ਗ੍ਰੰਥ ਹੈਗਾ, ਨੋਟ ਸਿੱਖਾਂ ਦਾ ਗ੍ਰੰਥ ਨਹੀਂ ਹੈਗਾ, ਸਰਬ ਸਾਂਝੀ ਵਾਲਤਾ ਦਾ ਗ੍ਰੰਥ ਹੈਗਾ, ਉਹਦੀ ਜੋ ਬੇਅਦਬੀ ਹੋਈ ਹੈ ਉਹ ਨਾ ਸਹਿਣਯੋਗ ਹੈ। ਬਸ ਬਾਦਲ ਸਾਹਿਬ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਮੈਂ ਤੇ ਬਾਦਲ ਸਾਹਿਬ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹੈਗਾ ਵੀ ਉਹ ਕਿਸੇ ਵੀ ਤਰੀਕੇ ਨਾਲ, ਉਹ ਵੀ ਸਿੱਖ ਹਨ, ਸਿੱਖ ਧਰਮ ਦੇ ਅਸੂਲਾਂ ਨੂੰ ਪ੍ਰਗਟਾ ਕੇ ਉਹਨਾਂ ਨੂੰ ਹਾਸਲ ਕਰਕੇ ਜੋ ਸਿੱਖ ਧਰਮ ਦਾ ਜਿੰਨਾ ਵੀ ਯੋਗਦਾਨ ਹੋ ਸਕਦਾ ਪੂਰੀ ਸਿੱਖ ਕੌਮ ਨੂੰ ਇੱਕ ਝੰਡੇ ਥੱਲੇ ਲਿਆ ਕੇ ਖੜੇ ਕਰਨ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਹੈ ਉਸੇ ਦੇ ਮੁਤਾਬਕ ਚੱਲਣ, ਨਾ ਕਿ ਆਪਣੀ ਮਰਜ਼ੀ ਨਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ। ਸਤਿ ਸ਼੍ਰੀ ਅਕਾਲ। ਦੋਸਤੋ, ਇਹ ਲੋਕਾਂ ਦੀਆਂ ਕੁਝ ਗੱਲਾਂ ਸੀਗੀਆਂ, ਲੋਕਾਂ ਦੀਆਂ ਭਾਵਨਾਵਾਂ ਸੀਗੀਆਂ ਜਿਹੜੀਆਂ ਅਸੀਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ। ਸਾਫ਼ ਤੇ ਸਪਸ਼ਟ ਲੋਕੀ ਇਹ ਸਾਰੇ ਚੀਜ਼ਾਂ ਦਾ ਜ਼ਿੰਮੇਦਾਰ ਬਾਦਲ ਸਰਕਾਰ ਤੇ ਜਥੇਦਾਰਾਂ ਨੂੰ ਠਹਿਰਾ ਰਹੇ ਨੇ ਤੇ ਸੱਚਾ ਸੌਦਾ ਜਿਹੜਾ ਵਿੱਚ ਕਈ ਜਾਣੇ ਝੂਠਾ ਸੌਦਾ ਵੀ ਕਹਿ ਰਹੇ ਨੇ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਹਾਡੀ ਕੋਈ ਫੀਡਬੈਕ ਹੋਵੇ, ਕੋਈ ਸੁਜੈਸ਼ਨ ਹੋਵੇ, ਹੇਠ ਲਿਖੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜਾਂ ਈਮੇਲ ਵੀ ਕਰ ਸਕਦੇ ਹੋ। ਤੁਹਾਡੇ ਲਈ ਇਹ ਪੂਰੀ ਕਵਰੇਜ ਜਾਰੀ ਰਹੇਗੀ, ਰੋਜ਼ ਦੀ ਰੋਜ਼ ਜਿੱਥੇ ਵੀ ਬੰਦ ਹੋਏਗਾ। ਚੱਕ ਦੇ ਟੀਵੀ ਟੀਮ ਨੇ ਪਹਿਲੇ ਵੀ ਉੱਥੇ ਜਾ ਕੇ ਇਹ ਪੂਰੀ ਕਵਰੇਜ ਕੀਤੀ ਹੈ, ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪੰਜਾਬ ਦੀ ਪੂਰੀ ਕਵਰੇਜ ਇੱਕ ਮਿੰਟ ਦੀ ਖਬਰ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇ। ਕੈਮਰਾਮੈਨ ਗਗਨਦੀਪ ਸਿੰਘ ਦੇ ਨਾਲ ਮੈਂ ਦਿਲਰਾਜ ਸਿੰਘ, ਜਲੰਧਰ, ਪੰਜਾਬ ਤੋਂ। ਦੋਸਤੋ, ਇੱਕ ਚੀਜ਼ ਹੋਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਜੰਮੂ ਐਂਡ ਕਸ਼ਮੀਰ ਦੀ ਬੱਸ ਹੈਗੀ ਆ। ਇਹ ਬੱਸ ਇੱਥੇ ਪਿਛਲੇ ਤਕਰੀਬਨ 3 ਘੰਟੇ ਤੋਂ ਖੜੀ ਹੈ, ਜਿੱਥੇ ਇੱਕ ਪਾਸੇ ਧਰਨੇ ਪ੍ਰਦਰਸ਼ਨ ਦਾ ਚੱਲ ਰਿਹਾ ਪਰ ਆਮ ਲੋਕਾਂ ਨੂੰ ਵੀ ਖੱਜਲ ਖੁਆਰੀ ਹੋ ਰਹੀ ਹੈ। ਇਹ ਬੱਸ ਨੂੰ ਹੁਣ 3 ਘੰਟੇ ਬਾਅਦ ਕੱਢਿਆ ਗਿਆ। ਆਪਾਂ ਕਿਸੇ ਹੋਰ ਨਾਲ ਵੀ ਗੱਲਬਾਤ ਕਰਾਂਗੇ। ਮੁਸਾਫਰ ਵੀ ਜਿਹੜੇ ਪਰੇਸ਼ਾਨ ਹੋਏ ਨੇ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ। ਇੱਕ ਮਿੰਟ ਭਾਜੀ, ਇੱਕ ਮਿੰਟ ਰੁਕੋ। ਕੀ ਪਰੇਸ਼ਾਨੀਆਂ ਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ? ਹਾਂਜੀ, ਚੌਂਕ 'ਚ ਗਏ ਨਹੀਂ ਸਰ ਅਸੀਂ ਤਾਂ। ਅੱਛਾ, ਚੌਂਕ ਤਾਂ ਗਏ ਨਹੀਂ। ਵੈਸੇ ਕੀ ਕੰਮ ਕਰਦੇ ਹੋ? ਅਸੀਂ ਤਾਂ ਵੈਸੇ ਇੱਥੇ ਆਪਦੇ ਇੱਥੇ ਪੁਲਿਸ ਜਾਈਏ, ਪੁਲਿਸ ਅੱਛਾ, ਪੁਲਿਸ ਹੋ ਤੁਸੀਂ? ਅੱਛਾ, ਤੁਹਾਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪੁਲਿਸ ਨੂੰ? ਬਿਲਕੁਲ ਦਿੱਕਤ ਦਾ ਸਾਹਮਣਾ ਤਾਂ ਹੈ ਹੀ। ਦੋਸਤੋ, ਪੁਲਿਸ ਵੀ ਦਿੱਕਤ ਤੋਂ ਅਣਜਾਣ ਨਹੀਂ ਰਹੀ, ਪੁਲਿਸ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ।